जसवीर पोलिटिकल पार्टियां ने लड़ना आ, सिद्धांतक तौर पर लड़ाई करो तुसी। हुण जे जसवीर आपां ਜਿਹੜੇ ਦੋ ਮੁੱਦੇ ਸੀ ਨਾ ਜਸਵੀਰ, ਨੋਟਬੰਦੀ ਤੇ GST ਜੀ, ਇਹਨਾਂ ਨੇ ਜਦੋਂ 5 ਕਰੋੜ ਦੀ ਕਹੀ ਸੀ ਨਾ ਵੀ ਆਪਾਂ ਹਰ ਸਾਲ 5 ਕਰੋੜ ਜਨਰੇਟ ਕਰਾਂਗੇ ਐਮਪਲੋਇਮੈਂਟਸ, ਉਹਦਾ ਹੁਣ ਨੋਟਬੰਦੀ ਨੇ ਵੱਡੇ ਪੱਧਰ ਦੇ ਉੱਪਰ ਇਕਨੋਮੀ ਦੇ ਵਿੱਚ ਬੇਰੁਜ਼ਗਾਰੀ ਫੈਲਾਈ ਜੀ, ਪੈਸਾ ਬਿਲਕੁਲ ਖਤਮ ਹੋ ਗਿਆ। ਇਨਵੈਸਟਮੈਂਟ ਜਿਹੜੀ ਸੀ ਛੋਟੀ ਇੰਡਸਟਰੀ ਤਾਂ ਵੈਸੇ ਤਬਾਹ ਹੋ ਗਈ, ਦੇਸੀ ਇਨਵੈਸਟਮੈਂਟ ਸੀ, ਸਮਾਲ ਕੋਟੇਜ ਇੰਡਸਟਰੀ ਜਿਹੜੀ ਸੀ ਨਾ, ਈਵਨ ਜਲੰਧਰ ਦੀ ਸਪੋਰਟਸ ਇੰਡਸਟਰੀ ਦੇ ਵਿੱਚ ਜਿਹੜੇ ਬਾਹਰੋਂ ਆਣ ਕੇ ਲੇਬਰਰ ਆਏ ਸੀ ਉਹਨਾਂ ਨੂੰ ਆਪੋ ਆਪਣੇ ਜਿਹੜੇ ਪ੍ਰਾਂਤਾਂ ਵਿੱਚ ਜਾਣਾ ਪੈ ਗਿਆ। ਆਪਣੇ ਪ੍ਰਾਂਤਾਂ 'ਚ ਜਾ ਕੇ ਉਹ ਕਹਿੰਦੇ ਸੀ ਵੀ ਆਪਾਂ ਉੱਥੇ ਦਿਹਾੜੀਆਂ ਲਾ ਲਾਂਗੇ, ਇੱਥੇ ਤੇ ਭੁੱਖੇ ਮਰਨ ਡੇ ਆ। ਬਿਲਕੁਲ, ਪੰਜਾਬ ਦੇ ਵਿੱਚ ਜਲੰਧਰ ਦੀ ਸਪੋਰਟਸ ਜਿਹੜੀ ਇੰਡਸਟਰੀ ਸੀਗੀ, ਲੁਧਿਆਣੇ ਦੇ ਵਿੱਚ ਹੌਜ਼ਰੀ ਦੀ ਇੰਡਸਟਰੀ ਸੀਗੀ, ਗੋਬਿੰਦਗੜ੍ਹ ਦੇ ਵਿੱਚ ਲੋਹੇ ਦੀ ਇੰਡਸਟਰੀ ਸੀ, ਤਕਰੀਬਨ ਸਭ ਕੁਝ ਖਤਮ ਹੋ ਗਿਆ ਜਿੰਨਾ ਕੁ ਸੀਗਾ। ਪਿਛਲੇ 2-3 ਦਿਨਾਂ ਤੋਂ ਜਸਵੀਰ ਭਾਰਤ ਸਰਕਾਰ ਵੱਲੋਂ ਇੱਕ ਡਾਟਾ ਆ ਰਿਹਾ ਆ ਵੀ GST ਤੋਂ ਬਾਅਦ ਭਾਰਤ ਸਰਕਾਰ ਨੂੰ 4 ਲੱਖ ਕਰੋੜ ਰੁਪਏ ਦਾ ਫਾਇਦਾ ਹੋਇਆ। 2 ਲੱਖ ਕਰੋੜ ਰੁਪਏ ਇਹਨਾਂ ਨੇ GST ਟੈਕਸ ਲਿਆ ਔਰ ਇਹਦੇ ਤੋਂ ਬਾਅਦ ਇਹਨਾਂ ਨੇ ਕੀ ਕੀਤਾ, ਟੈਕਸ ਦੇ ਘੇਰੇ 'ਚ ਵੱਧ ਤੋਂ ਵੱਧ ਬੰਦੇ ਨੂੰ ਲੈਂਦਾ ਤੇ 2 ਲੱਖ ਕਰੋੜ ਰੁਪਇਆ ਜਿਹੜਾ ਆ ਡਾਇਰੈਕਟ ਔਰ ਇਨਡਾਇਰੈਕਟ ਟੈਕਸ ਜਿਹੜਾ ਆ ਉਹ ਵਾਧੂ ਲਿਆ। ਕਹਿਣ ਦਾ ਮਤਲਬ ਪਿਛਲੇ ਸਾਲ ਨਾਲੋਂ 4 ਲੱਖ ਕਰੋੜ ਰੁਪਇਆ ਭਾਰਤ ਸਰਕਾਰ ਨੂੰ ਵੱਧ ਜਿਹੜਾ ਪੈਸਾ ਜਿਹੜਾ ਇਕੱਠਾ ਕੀਤਾ ਆ। ਪਰ ਜਸਵੀਰ ਇਹਦੇ ਨਾਲ ਹੀ ਡਾਟਾ ਇਹ ਆ ਰਿਹਾ ਆ ਬਈ GST ਦਾ ਜਦੋਂ ਇਹਨਾਂ ਨੇ ਕਿਹਾ ਸੀ ਵੀ ਵਨ ਕੰਟਰੀ ਵਨ ਨੇਸ਼ਨ ਵਨ ਟੈਕਸ ਦੀ ਗੱਲ ਤਾਂ ਕੀਤੀ ਸੀ, ਪਰ ਹੁਣ ਅਜੇ ਵੀ ਵਨ ਨੇਸ਼ਨ ਵਨ ਟੈਕਸ ਨਹੀਂ ਆ। ਉਹਦਾ ਖਮਿਆਜ਼ਾ ਇਹ ਹੋਇਆ ਕਿ ਜਿਹੜੀਆਂ ਜ਼ਰੂਰੀ ਚੀਜ਼ਾਂ ਸਨ ਨਾ ਜਸਵੀਰ, ਉਹ ਵੀ 50 ਤੋਂ 70 ਤੋਂ 80% ਮਹਿੰਗੀਆਂ ਹੋ ਗਈਆਂ। ਇਹਨਾਂ ਨੇ ਐਲਾਨ ਇਹ ਕੀਤਾ ਸੀ, ਦਾਅਵਾ ਇਹ ਕੀਤਾ ਸੀ ਵੀ ਇਹਦੇ ਨਾਲ ਇਨਫਲੇਸ਼ਨ ਘਟੇਗੀ, ਮਹਿੰਗਾਈ ਦਰ ਘਟੇਗੀ, ਰੂਪੀ ਜਿਹੜਾ ਆ ਉਹਦੀ ਪਰਚੇਜ਼ਿੰਗ ਪਾਵਰ ਵਧੇਗੀ। ਪਰ ਹੋਇਆ ਕਿ ਰੂਪੀ ਜਿਹੜਾ ਆ ਉਹ ਹੁਣ 70-72 ਤੇ ਵੀ ਆ ਜਾਣਾ ਡਾਲਰ ਦੇ ਮੁਕਾਬਲੇ। ਰੂਪੀ ਜਿਹੜਾ ਆ ਉਹ ਡਿਵੈਲੂਏਟ ਹੋਈ ਜਾ ਰਿਹਾ, ਲਗਾਤਾਰ ਡਿਵੈਲੂਏਟ ਹੋ ਰਿਹਾ, ਮਹਿੰਗਾਈ ਬੜੇ ਵੱਡੇ ਪੱਧਰ ਤੇ ਘਟ ਰਹੀ ਆ। ਹੁਣ ਜਦੋਂ ਇਹਨਾਂ ਚੀਜ਼ਾਂ ਨੂੰ ਵੀ, ਮੈਂ ਕਾਲੀ ਜੀ ਦੀ ਗੱਲ ਨੂੰ ਅੱਗੇ ਤੋਰਾਂਗਾ, ਜਦੋਂ ਇਹਨਾਂ ਚੀਜ਼ਾਂ ਨੂੰ ਲੈ ਕੇ ਲੋਕਾਂ ਸਾਹਮਣੇ ਆਇਆ ਜਾਵੇਗਾ, ਇਹ ਨੈਗੇਟਿਵ ਨਹੀਂ ਹੈਗੇ ਜਸਵੀਰ, ਇਹ ਡਿਵੈਲਪਮੈਂਟ ਲਿਆ, ਇਹ ਸਰਕਾਰ ਨੂੰ ਉਹਦੀਆਂ ਜ਼ਿੰਮੇਵਾਰੀਆਂ ਦੱਸਣ ਦਾ ਇੱਕ ਤਰੀਕਾ ਆ ਵੀ ਭਾਈ ਤੁਸੀਂ ਇੱਥੇ ਚੁੱਕ ਰਹੇ ਹੋ, ਇਸ ਤੋਂ ਪਹਿਲਾਂ ਕਿ ਅਸੀਂ ਫਾਇਦਾ ਉਠਾ ਲਈਏ ਇਹਨੂੰ ਸੈੱਟ ਕਰ ਲਵੋ। ਉਹ ਇਹ ਨੈਗੇਟਿਵ ਨਹੀਂ ਜਸਵੀਰ। ਉਹ ਜਦੋਂ ਅਸੀਂ ਜਸਵੀਰ ਪਿਛਲੇ ਸਮੇਂ 'ਚ ਦੇਖਦੇ ਹਾਂ, ਇਹਨਾਂ ਨੇ ਪਿਛਲੇ ਕੁਝ ਸਮੇਂ ਤੋਂ ਜਦੋਂ ਐਮਰਜੈਂਸੀ ਦੀਆਂ ਬਾਰ-ਬਾਰ ਗੱਲਾਂ ਕਰਦੇ ਨੇ, ਐਮਰਜੈਂਸੀ ਸੰਕਟ ਕਾਲ ਦੀਆਂ, ਤੇ 2014 ਤੋਂ ਲੈ ਕੇ ਹੁਣ ਤੱਕ ਅਣਐਲਾਨਿਆ ਜਿਹੜਾ ਦੇਸ਼ ਦੇ ਵਿੱਚ ਐਮਰਜੈਂਸੀ ਆ, ਉਹਦੇ ਬਾਰੇ ਕੀ ਕਿਹਾ ਜਾਏਗਾ? ਬਿਲਕੁਲ, ਮੌਬ ਲਿੰਚਿੰਗ ਦੀਆਂ ਘਟਨਾਵਾਂ ਵੱਧ ਰਹੀਆਂ ਨੇ, ਬੜਾ ਕੁਝ ਧਾਰਮਿਕ ਕੱਟੜਤਾ ਦਾ ਵਧਣਾ, ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਪਾਕਿਸਤਾਨ ਸੁੱਟ ਦੋ, ਇਹ ਸਭ ਕੁਝ ਜਿਹੜਾ ਆ ਉਹ ਕਿਤੇ ਨਾ ਕਿਤੇ ਅਸਰ ਕਰਦਾ ਆ। ਪਰ ਸਪਰਾ ਜੀ ਇੱਕ ਚੀਜ਼ ਹੋਰ ਵੀ ਹੈ, ਵਾਰ-ਵਾਰ ਭਾਰਤੀ ਜਨਤਾ ਪਾਰਟੀ ਵੀ ਇਹ ਕਹਿੰਦੀ ਹੈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਵੀ ਆਪਣੀ ਇਸ ਇੰਟਰਵਿਊ ਦੇ ਵਿੱਚ ਕਿਹਾ ਹੈ ਕਿ ਕਾਂਗਰਸ ਖਤਮ ਹੋ ਗਈ ਆ। ਹੁਣ ਕਾਂਗਰਸ ਹੁਣ ਖੇਤਰੀ ਪਾਰਟੀ ਬਣ ਗਈ ਆ। ਕਾਂਗਰਸ ਖੇਤਰੀ ਪਾਰਟੀਆਂ ਦੇ ਮਗਰ ਲੱਗ ਕੇ ਇਸ ਸਮੇਂ ਚੱਲਦੀ ਪਈ ਹੈ। ਖਤਮ ਤਾਂ ਕਹਿ ਲਿਆ ਜਾਂਦਾ, ਪਰ ਜਦੋਂ ਵੀ ਘੇਰਿਆ ਜਾਂਦਾ ਕਾਂਗਰਸ ਨੂੰ ਘੇਰਿਆ ਜਾਂਦਾ। ਇਹ ਕਾਂਗਰਸ ਦਾ ਖੌਫ BJP ਦੇ ਮਨ ਦੇ ਅੰਦਰ ਬੈਠਾ ਹੈ ਕਿ ਜੇ ਉੱਠੀ ਜਾਂ ਸਾਨੂੰ ਢਾਇਆ ਦੁਬਾਰਾ ਤੇ ਕਾਂਗਰਸ ਦੀ ਅਗਵਾਈ ਦੇ ਨਾਲ ਜਿਹੜਾ ਵਿਰੋਧੀ ਧਿਰਾਂ ਇਕੱਠਾ ਹੁੰਦੀਆਂ ਪਈਆਂ ਨੇ ਉਹਦੇ ਨਾਲ ਅਸੀਂ ਢਿੱਠਣਾ ਆ, ਜਾਂ ਫਿਰ ਇਹ ਸਿਰਫ ਤੇ ਸਿਰਫ ਇੱਕ ਆਪਣੇ ਆਪ ਨੂੰ ਬਿਹਤਰ ਦੱਸਣ ਦਾ ਤਰੀਕਾ ਅਪਣਾਇਆ ਹੋਇਆ ਆ। ਜਸਵੀਰ ਜੀ, ਦੋ ਪਹਿਲੂ ਨੇ ਇਹਦੇ। ਜੇ ਪਹਿਲਾਂ ਕਾਂਗਰਸ ਦੀ ਗੱਲ ਕਰ ਲਈਏ ਤਾਂ ਕਾਂਗਰਸ ਇੱਕ ਸਿਰਫ ਪਾਰਟੀ ਨਹੀਂ, ਇੱਕ ਆਈਡੀਓਲੋਜੀ ਆ ਤੇ ਬਹੁਤ ਵੱਡੀ ਆਈਡੀਓਲੋਜੀ ਆ। ਇੰਡੀਆ ਦੀ ਸੈਂਟਰ ਗਵਰਨਮੈਂਟ ਦੀ ਪੋਲਿਟਿਕਸ ਦੇ ਵਿੱਚ ਤੇ ਹਰ ਸਟੇਟ ਦੇ ਵਿੱਚ ਕਾਫੀ ਸਾਰੇ ਵਿੰਗਸ ਨੇ ਤੇ ਆਲ ਓਵਰ ਜਿਹੜੇ ਪਹਿਲੇ 10 ਤੋਂ 15 ਸਾਲ ਜਦੋਂ ਕਾਂਗਰਸ ਰਹੀ ਹੈ ਆਜ਼ਾਦੀ ਦੇ ਸਾਲਾਂ ਦੇ ਬਾਅਦ, ਤਾਂ ਉਹਦੇ ਵਿੱਚ ਮਲਟੀਪਲ ਵਿੰਗਸ ਸੀਗੇ ਕਾਂਗਰਸ ਦੇ, ਇਸ ਕਰਕੇ ਕੋਈ ਆਪੋਜੀਸ਼ਨ ਖੜੀ ਨਹੀਂ ਹੋ ਪਾਈ ਸੀ। ਤੇ ਜਦੋਂ ਅਸੀਂ ਗੱਲ ਕਰਦੇ ਹਾਂ ਨਰਿੰਦਰ ਮੋਦੀ ਦੇ ਇਸ ਮੈਗਜ਼ੀਨ ਦੇ ਵਿੱਚ ਦਿੱਤੇ ਗਏ ਇੰਟਰਵਿਊ ਦੇ ਬਾਰੇ, ਤਾਂ ਉਹਨਾਂ ਦਾ ਇਹ ਕਹਿ ਦੇਣਾ ਹੀ ਕਿ ਵਿਰੋਧੀ ਪਾਰਟੀਆਂ ਜਿਹੜੀਆਂ ਨੇ ਉਹ ਮੋਦੀ ਦਾ ਨਾਮ ਲੈ ਕੇ ਜਾਂ ਮੋਦੀ ਨੂੰ ਹਟਾਉਣ ਦਾ ਨਾਮ ਲੈ ਕੇ ਇੱਕ ਨਕਾਰਾਤਮਕ ਜਿਹੜੀ ਪੋਲਿਟਿਕਸ ਹੈ, ਰਾਜਨੀਤੀ ਕਰ ਰਹੀਆਂ ਨੇ, ਤਾਂ ਉਹਨਾਂ ਦਾ ਇਹ ਬਿਆਨ ਹੀ ਆਪਣੇ ਆਪ ਦੇ ਵਿੱਚ ਨਕਾਰਾਤਮਕ ਹੋ ਜਾਂਦਾ ਆ। ਕਿਉਂਕਿ ਜੇ ਉਹਨਾਂ ਦੇ ਕੋਲ ਪ੍ਰੋਜੈਕਟ ਕਰਨ ਵਾਸਤੇ ਕੁਝ ਹੈ 2019 ਦੀਆਂ ਜਿਹੜੇ ਚੋਣ ਪ੍ਰਚਾਰ ਕਰਨੇ ਆ, ਤਾਂ ਉਹਦੇ ਵਿੱਚ ਆਪਣਾ ਕੰਮ ਕੀਤਾ ਹੋਇਆ ਪ੍ਰੋਜੈਕਟ ਕਰਨ। ਆਪਣੇ ਜਿਹੜੇ ਇਸ਼ੂਜ਼ ਨੇ ਜਿਹੜੇ ਬਹੁਤ ਸਾਰੇ ਉੱਠੇ ਹੋਏ, ਉਹ ਜਿਹੜੇ ਇਹਨਾਂ ਦੇ ਖੜੇ ਹੋਏ ਆ, ਉਹੀ
ਸਭ ਤੋਂ ਵੱਡੀ ਦਿੱਕਤ ਬਣ ਰਿਹਾ ਇਹਨਾਂ ਵਾਸਤੇ, ਜਿਹਦੀ ਕਰਕੇ ਇਸ ਤਰੀਕੇ ਦੇ ਬਿਆਨ ਦੇਣੇ ਪੈ ਰਹੇ, ਇਸ ਤਰੀਕੇ ਦੀ ਬਿਆਨਬਾਜ਼ੀ ਇਹਨਾਂ ਨੂੰ ਪਬਲਿਕ ਪਲੇਟਫਾਰਮ ਤੇ ਆ ਕੇ ਕਰਨੀ ਪੈ ਰਹੀ ਹੈ। 4 ਸਾਲਾਂ ਦੇ ਵਿੱਚ ਕੀਤਾ ਕੁਝ ਨਹੀਂ ਹੈ, ਜਿਹੜਾ ਕੀਤਾ ਹੈ ਉਹ ਸਾਰਾ ਉਲਟਾ ਪੈ ਗਿਆ ਤੇ ਹੁਣ ਉਹਦੇ ਬਾਰੇ ਬਹੁਤਾ ਕੁਝ ਦੱਸ ਨਹੀਂ ਸਕਦੇ। ਦੱਸਣ ਦੀ ਕੋਸ਼ਿਸ਼ ਕਰਦੇ ਆ, ਜਦੋਂ ਕਾਲੇ ਧਨ ਦੀ ਗੱਲ ਆਉਂਦੀ ਸਵਿਸ ਬੈਂਕ ਦੇ ਵਿੱਚ ਪਹਿਲਾਂ ਕੁਝ ਹੋਰ ਕਹਿੰਦੀ ਸੀ ਭਾਰਤੀ ਜਨਤਾ ਪਾਰਟੀ, ਤੇ ਹੁਣ ਅਰੁਣ ਜੇਤਲੀ ਹੋਰੀ ਇਹ ਕਹਿੰਦੇ ਕਿ ਸਵਿਸ ਬੈਂਕ 'ਚ ਸਾਰਾ ਪੈਸਾ ਕਾਲਾ ਧਨ ਥੋੜੀ ਹੈ। ਹੁਣ ਉਹਨਾਂ ਦਾ ਇਹ ਕਹਿਣਾ ਇਸ ਸਭ ਦੇ ਉੱਤੇ ਇੱਕ ਭਾਰਤੀ ਜਨਤਾ ਪਾਰਟੀ ਦਾ ਲੀਡਰ ਇਹ ਕਹਿ ਰਿਹਾ ਕਿ ਰੁਪਈਏ ਦੇ ਹੇਠਾਂ ਡਿੱਗਣ ਦਾ ਡਾਲਰ ਦੇ ਮੁਕਾਬਲੇ ਦੇ ਵਿੱਚ ਝੂਠ ਫੈਲਾਇਆ ਜਾ ਰਿਹਾ ਸੋਸ਼ਲ ਮੀਡੀਆ ਤੇ, ਸੱਚ ਤਾਂ ਇਹ ਹੈ ਹੀ ਨਹੀਂ ਹੈ। ਤੇ ਇਸ ਵੇਲੇ ਵਿਮਨ ਕਮਿਸ਼ਨ ਦੀ ਜਿਹੜੀ ਚੇਅਰਪਰਸਨ ਉਹ ਇਹ ਕਹਿੰਦੀ ਹੈ ਕਿ ਭਾਈ ਜੋ ਰਿਪੋਰਟ ਆਈ ਆ ਔਰਤਾਂ ਲਈ ਸੁਰੱਖਿਅਤ ਨਹੀਂ ਹੈ ਭਾਰਤ, ਉਹ ਤਾਂ ਰਿਪੋਰਟ ਹੀ ਸਾਰੀ ਸਰਾਸਰ ਗਲਤ ਹੈ, ਇਦਾਂ ਤਾਂ ਹੈ ਹੀ ਨਹੀਂ ਹੈ। ਸੋ ਉਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਪੋਚਾ ਫੇਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਕੀਤੇ ਨੂੰ ਸਰਾਉਣਗੇ ਕਿੱਥੋਂ, ਜੋ ਚੰਗਾ ਕੀਤਾ ਆ ਉਹਨੂੰ ਅੱਗੇ ਕਿਵੇਂ ਲੈ ਕੇ ਆਉਣਗੇ। ਹਾਲਾਂਕਿ ਐਡਵਰਟਾਈਜ਼ਮੈਂਟ ਤੇ ਖਾਸਾ ਪੈਸਾ ਖਰਚਿਆ ਜਾ ਰਿਹਾ। ਪਿੱਛੇ ਜੇ ਰਿਪੋਰਟ ਵੀ ਆਈ ਸੀ ਕਿ ਲਗਭਗ 4000 ਕਰੋੜ ਤੋਂ ਵੱਧ ਰੁਪਈਆ ਜਿਹੜਾ ਐਡਵਰਟਾਈਜ਼ਮੈਂਟ ਤੇ ਹੀ ਖਰਚਿਆ ਜਾ ਚੁੱਕਾ ਹੈ ਮੌਜੂਦਾ ਸਰਕਾਰ ਦੇ ਵੱਲੋਂ। ਪਰ ਫਿਲਹਾਲ ਜਦੋਂ ਅਸੀਂ ਭਾਰਤ ਦਾ ਸਿਆਸੀ ਤਾਣਾ ਬਾਣਾ ਦੇਖਦੇ ਹਾਂ ਤੇ ਇਸ ਸਿਆਸੀ ਤਾਣੇ ਬਾਣੇ ਦੇ ਵਿੱਚ ਸਿਰਫ ਇਦਾਂ ਦੀਆਂ ਬਿਆਨਬਾਜ਼ੀਆਂ ਨਹੀਂ ਸਾਹਮਣੇ ਆਉਂਦੀਆਂ, ਪਾਰਟੀਆਂ ਵੀ ਤਰ੍ਹਾਂ ਤਰ੍ਹਾਂ ਦੀਆਂ ਸਾਹਮਣੇ ਆਉਂਦੀਆਂ। ਇੱਕ ਰਿਪੋਰਟ ਹੈ ADR ਦੀ, ਜਿਹੜੀ ਰਿਪੋਰਟ ਇਹ ਕਹਿੰਦੀ ਹੈ ਕਿ ਭਾਰਤ ਦੇ ਵਿੱਚ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹਨਾਂ ਪਾਰਟੀਆਂ ਨੇ ਆਪਣੇ ਪਾਰਟੀ ਦੇ ਨਾਮ ਦੇ ਵਿੱਚ ਕਿਹੜੇ ਸ਼ਬਦਾਂ ਦਾ ਜ਼ਿਆਦਾ ਇਸਤੇਮਾਲ ਕੀਤਾ ਹੈ ਤੇ ਉਹਨਾਂ ਸ਼ਬਦਾਂ ਨੂੰ ਕਿੰਨਾ ਕੁ ਡਿਪਿਕਟ ਕਰਦੀਆਂ ਨੇ, ਉਹਨਾਂ ਸ਼ਬਦਾਂ ਦੇ ਮੁਤਾਬਕ ਕਿੰਨਾ ਕੁ ਕੰਮ ਕਰਦੀਆਂ ਨੇ, ਇਹਦੇ ਬਾਰੇ ਵੀ ਅਸੀਂ ਚਰਚਾ ਕਰਨੀ ਹੈ। ਕਿਉਂਕਿ ਦੇਸ਼ ਦੀਆਂ 153 ਪਾਰਟੀਆਂ ਇਹੋ ਜਿਹੀਆਂ ਨੇ ਜਿਨ੍ਹਾਂ ਦੇ ਨਾਮਾਂ ਦੇ ਵਿੱਚ ਸਮਾਜ ਸ਼ਬਦ ਦਾ ਇਸਤੇਮਾਲ ਕੀਤਾ ਗਿਆ। 132 ਪਾਰਟੀਆਂ ਦੇ ਵਿੱਚ ਜਨਤਾ ਜਾਂ ਪ੍ਰਜਾ ਦਾ ਇਸਤੇਮਾਲ ਕੀਤਾ ਗਿਆ। 98 ਪਾਰਟੀਆਂ ਇਹੋ ਜਿਹੀਆਂ ਜਿਨ੍ਹਾਂ ਦੇ ਵਿੱਚ ਵਿਕਾਸ ਸ਼ਬਦ ਦਾ ਇਸਤੇਮਾਲ ਕੀਤਾ ਗਿਆ। ਭਾਰਤ ਜਾਂ ਭਾਰਤੀ ਸ਼ਬਦ ਦਾ ਇਸਤੇਮਾਲ 404 ਪਾਰਟੀਆਂ ਨੇ ਕੀਤਾ ਹੈ। ਆਮ ਜਾਂ ਯੁਵਾ ਸ਼ਬਦ ਦਾ ਇਸਤੇਮਾਲ 57 ਪਾਰਟੀਆਂ ਨੇ ਕੀਤਾ ਹੈ। ਔਰ ਕੁੱਲ ਮਿਲਾ ਕੇ ਦੇਖਿਆ ਜਾਵੇ ਤੇ ਇਸ ਸਮੇਂ ਉੱਤਰ ਪ੍ਰਦੇਸ਼ 'ਚ ਸਭ ਤੋਂ ਜ਼ਿਆਦਾ ਪਾਰਟੀਆਂ ਨੇ ਜੀ। ਉੱਤਰ ਪ੍ਰਦੇਸ਼ ਦੀ 20 ਕਰੋੜ ਦੀ ਆਬਾਦੀ ਹੈ ਤੇ ਇਸ ਆਬਾਦੀ ਦੇ ਵਿੱਚ 433 ਪਾਰਟੀਆਂ ਨੇ, ਜਦਕਿ ਦੂਜੇ ਨੰਬਰ ਤੇ ਦਿੱਲੀ ਹੈ ਜਿੱਥੇ 1.9 ਕਰੋੜ ਦੀ ਆਬਾਦੀ ਹੈ ਤੇ 272 ਪਾਰਟੀਆਂ ਨੇ। ਤਾਮਿਲਨਾਡੂ ਦੇ ਵਿੱਚ 7.2 ਕਰੋੜ ਦੀ ਆਬਾਦੀ ਹੈ ਤੇ ਉੱਥੇ 140 ਪਾਰਟੀਆਂ ਨੇ। ਦੇਸ ਰਾਜ ਗੱਲ ਦੀ ਬੜਾ ਅਜੀਬੋ-ਗਰੀਬ ਜਿਹਾ ਅੰਕੜਾ, ਅਜੀਬੋ-ਗਰੀਬ ਜਿਹਾ ਸਰਵੇ ਹੈ ਕਿ ਸਮਾਜ ਸ਼ਬਦ ਦਾ ਇਸਤੇਮਾਲ ਕੀਤਾ ਗਿਆ, ਭਾਰਤੀ ਸ਼ਬਦ ਦਾ ਇਸਤੇਮਾਲ ਕੀਤਾ ਗਿਆ। ਸੱਤਾ ਧਿਰ ਦੇ ਨਾਮ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹਦੇ ਵਿੱਚ ਵੀ ਆਉਂਦਾ ਆ। ਇਹਨਾਂ ਸ਼ਬਦਾਂ ਦਾ ਇਸਤੇਮਾਲ ਕੀਤਾ ਗਿਆ, ਪਰ ਜ਼ਿਆਦਾਤਰ ਦੇਖਣ ਨੂੰ ਮਿਲਦਾ ਕਿ ਇਹਨਾਂ ਪਾਰਟੀਆਂ ਦੇ ਵਿੱਚ ਇਹਨਾਂ ਸ਼ਬਦਾਂ ਦੇ ਅਰਥ ਕੀ ਹੈ, ਭਾਵਨਾ ਕੀ ਹੈ, ਉਹਨਾਂ ਦੇ ਨਾਲ ਇਹਨਾਂ ਪਾਰਟੀਆਂ ਦੇ ਲੀਡਰਾਂ ਦਾ ਜਾਂ ਪਾਰਟੀਆਂ ਦਾ ਲੈਣਾ ਦੇਣਾ ਹੀ ਕੁਝ ਨਹੀਂ ਹੁੰਦਾ, ਸਿਰਫ ਸ਼ਬਦ ਦਾ ਇਸਤੇਮਾਲ ਕੀਤਾ ਜਾਂਦਾ। ਦੇਖੋ, ਜਿਸ ਵੇਲੇ ਕੁਝ ਸੰਗਠਨ ਬਣਦੇ ਨੇ, ਕੁਝ ਪਾਰਟੀਆਂ ਬਣਦੀਆਂ ਨੇ, ਸੰਸਥਾਵਾਂ ਬਣਦੀਆਂ ਨੇ, ਸਮਾਜ ਸੇਵੀ ਸੰਸਥਾਵਾਂ ਬਣਦੀਆਂ ਨੇ, ਸਾਹਿਤਿਕ ਸੰਸਥਾਵਾਂ, ਕਲਚਰਲ ਸੰਸਥਾਵਾਂ, ਤਾਂ ਸਿਰ ਜੋੜ ਕੇ ਇੱਕ ਨਿਸ਼ਾਨਾ ਮਿੱਥਿਆ ਜਾਂਦਾ, ਇੱਕ ਏਮ ਹੁੰਦਾ, ਇੱਕ ਟੀਚਾ ਹੁੰਦਾ, ਇੱਕ ਮਨੋਰਥ ਹੁੰਦਾ, ਇੱਕ ਆਈਡੀਓਲੋਜੀ ਹੁੰਦੀ, ਵਿਚਾਰਧਾਰਾ ਹੁੰਦੀ, ਉਹਦੇ ਪ੍ਰਤੀ ਕਮਿਟਮੈਂਟ ਹੁੰਦੀ, ਪ੍ਰਤੀਬੱਧਤਾ ਹੁੰਦੀ ਹੈ ਜੀ। ਭਾਰਤੀ ਜਨਤਾ ਪਾਰਟੀ, ਹੁਣ ਇਹਨਾਂ इंडियन और पार्टी तक इट्स ए कॉमन, बट जनता इट्स ए पर्टिकुलर जी। समाजवादी पार्टी, पार्टी तो पार्टियां ने सारियां, बट किहड़ी पार्टी है? समाजवादी पार्टी है जी। लोक भलाई पार्टी, पार्टी तो पार्टी है बट लोक भलाई इट्स ए पर्टिकुलर एम, पर्टिकुलर आइडियोलॉजी। भारतीय कम्युनिस्ट पार्टी, ਭਾਰਤ ਦੀ ਕਮਿਊਨਿਸਟ ਧਿਰਾਂ ਨੂੰ ਦੀ ਆਈਡੀਓਲੋਜੀ ਨੂੰ ਪ੍ਰਣਾਈ ਹੋਈ ਜੀ। ਉਹ ML ਹੋ ਸਕਦੀ ਹੈ, ਮਾਰਕਸਿਸਟ ਲੈਨਿਨਿਸਟ ਜੀ, ਉਹ ਮਾਰਕਸਵਾਦੀ ਹੋ ਸਕਦੀ ਹੈ, ਔਰ ਕਮਿਊਨਿਸਟ ਪਾਰਟੀ ਆਫ ਇੰਡੀਆ ਹੋ ਸਕਦੀ ਹੈ। ਦੇ ਉਹ ਜਿਵੇਂ ਅੰਡਰਸਟੈਂਡ ਕਰਦੇ ਨੇ ਉਹ ਮਾਰਕਸਿਜ਼ਮ ਨੂੰ ਔਰ ਇੰਡੀਅਨ ਸੋਸਾਇਟੀ ਨੂੰ, ਉਹ ਵੱਖਰੇਵੇਂ ਹੋ ਸਕਦੇ ਆ, ਬਟ ਉਹਨਾਂ ਦੀ ਆਈਡੀਓਲੋਜੀਕਲ ਕਮਿਟਮੈਂਟ, ਵਿਚਾਰਧਾਰਕ ਪ੍ਰਤੀਬੱਧਤਾ ਉਹਨਾਂ ਦੇ ਨਾਮਾਂ ਦੇ ਵਿੱਚ, ਉਹਨਾਂ ਸ਼ਬਦਾਂ ਦੇ ਵਿੱਚ, ਇਹ ਸਾਰੇ ਜਿਹੜੇ ਕਨਸੈਪਚੁਅਲ ਨੇ, ਸਿਧਾਂਤਕ ਸ਼ਬਦ ਨੇ ਜਸਵੀਰ। ਪਰ ਉਹ ਮੈਨੂੰ ਦੋਹਾ ਯਾਦ ਆਉਣ ਡਿਆ ਕਿ ਉੱਲੂ ਦੇਣ ਉਗਾਈ
ਤੇ ਸ਼ਾਦੀ ਚਾਮ ਚੜਿਕ ਜੀ बड़ा लंबा आ, मैं उहदे च नहीं जाना, मैं तुहानूं छोटे ਜਿਹੇ व्याख्यान च पैना कि बैठे विचारां चर्च चल रही है तो उल्लू गवाही दिंदा है कि भाई सूरज नहीं, सूरज नां दी कोई चीज़ नहीं है जी, क्योंकि वो तो रात नूं जागदा है ते ओहदी शादी कौन भरदी है? चाम चड़िक ओहदी शादी भरदी है जी कि हाँ सूरज कुछ नहीं हुंदा। सोरे ਉਹ 'ਚ ਜੇ ਉਹ ਦੋਹੇ ਦਾ मैं लंबा लै जावां, अपने कोल इन्ना वक्त नहीं आ, न्यूज़ ਦੇ ਵਿੱਚ ਆਪਾਂ बैठे हाँ कि हौली 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 सोसाइटी दे विच डाउनफॉल आउंदा जांदा है जी, डिक्रीज नैतिक निगार आउंदा जांदा है और वो शब्द जिहड़े आ ਉਹ ਆਪਣੇ अर्थ गवाउंदे तुरे जांदे आ जिन्हां शब्दां दे अर्थां वास्ते कुछ साडे एनसैसटर्स साडे पूर्वज जिहड़े ने उन्हां ने कुछ प्रण लए हुंदे ने। आइडियोलॉजिकल कमिटमेंट संघ दी कोई भी होवे जी, पर उन्हां दे प्रण नूं तुसीं झुठला नहीं सकदे। जी, मैं कम्युनिस्टां दे नाल सहमत होवां ना होवां पर स्टार्टिंग दे उन्हां दे जिहड़े प्रण ने उन्हां नूं तुसीं झुठला नहीं सकदे। कांग्रेस दी आइडियोलॉजी नाल मैं सहमत होवां ना होवां पर जो कांग्रेस दा प्रण है उन्होंने तुसी झुठला नहीं सकते। पर हौली हौली आन के उन्हां सारे प्रण जिहड़े शब्दां राहीं डिपिक्ट हो रहे हैं, शब्दां राहीं ट्रैवल कर रहे हैं, शब्दां राहीं तुहाडे सामने उजागर हो रहे हैं सूरज वांग, वो टाइम पीरियड दे पैंदियां पैंदियां समाज दी चेंज आउंदियां आउंदियां सोशल निगार आउंदियां आउंदियां पोलीटिकल नैतिक गिरावट आउंदियां आउंदियां वो इररैलेवेंट हो जाते हैं। अज जिन्ने भी तुसी शब्द गिने ने लगभग मतलब मैं 100 ना कहां तो 99% इररैलेवेंट शब्द हो गए ने। सोसाइटी दे विच साडे विच नैतिक गिरावट ऐसे तरीके की आ गई आ। सियासत दे विच खास तौर ते सोशो देखो एक होर भी आ, ਇਹ बड़ा सिद्धांतिक अहम है। इट्स ए डायलैक्टिक्स, ਇਹਦੀ ਰਿਲੇਸ਼ਨ ਦੀ ਦਵੰਦਾਤਮਕਤਾ ਹੈ। ਅਸੀਂ ਮੈਂ ਉਹ ਕਹਿੰਦੇ ਜੀ ਕਿ ਡੇਰਿਆਂ ਦੇ ਵਿੱਚ ਜਿਹੜੇ ਸਾਧ ਨੇ ਇਸ ਟਾਈਮ ਕਦੇ ਬੇਲਾ ਸੀ ਕਿ ਉਹ ਬੜੇ ਪੋਜ਼ਿਟਿਵ ਸਕਾਰਾਤਮਕ ਸਾਰੇ ਦੇ ਸਾਰੇ ਸੋਸ਼ਲ ਸਮਾਜਿਕ ਕਾਰਜ ਕਰਨ ਵਾਲੇ ਆਉਂਦੇ ਸੀਗੇ, ਹੁਣ ਮਾੜੇ ਆ ਗਏ। ਮੈਂ ਕਹਿੰਦਾ ਕਿ ਭੇਜੇ ਕਿੱਥੋਂ ਆ, ਆਏ ਕਿੱਥੋਂ ਆ? सोसाइटी चों सोसाइटी ने भेजे आ। सो जे पॉलिटिक्स कदे पोलीटिकल लोग मैं कहना प्रण वाले लोग सीगे वो भी सोसाइटी ने भेजे सी। अज समाज च निगार आया, असी नजवादी होए, असी सैल्फिश होए, असी करप्ट होए तां असी करप्ट लीडर अगे लैके आ जांदे। सो पहला ये आपस विच ही ना डायलैक्टिक्स दा रिलेशन है, द्वंद दा रिलेशन आ। असी किसी भी वरतारे नूं तोड़ के नहीं देख सकते, तोड़ के नहीं देख सकते। और इहदे विच भी बहुत सारियां चीज़ां ने, कुछ इदां दे नाम भी ने जिहड़े बड़े हासोहीने ने। किसी ने अपनी पार्टी का नाम अनजान आदमी पार्टी रखा होया आ, किसी ने गांधी भारती इंडियन कांग्रेस रखा होया। सो इदां दीयां पार्टियां भी हैगियां जिन्हां दे नाम बड़े अजीबो गरीब जिहड़े आ वो नज़र आउंदे। पर कुल मिला के देखा जाए तो इन्हां शब्दां नूं लैके जिहड़ियां पार्टियां इस वेले काम करदियां पईयां आ, जे वो अपनी पार्टी के नाम दे विच इस्तेमाल किए गए शब्दां दे असर मतलब ते जो टीचे मिथे गए सीगे उन्हां नूं शब्दां नूं सम्मिलित करन वेले जे उन्हां दे उत्ते पहरेदारी करन लग पैण ते लगदा है कि सोसाइटी दे विच भी, पॉलिटिक्स दे विच भी, आर्थिकता दे विच भी ते होर बहुत सारे पहलुआं दे विच सुधार सानूं नज़र आ सकदे आ। फिलहाल अज दे प्रोग्राम दे विच इन्ना ही। देसराज काली जी, सपरा जी और आनंद जी तुहाडा बहुत बहुत शुक्रिया। जसवीर नूं भी इजाजत दिओ, पर अपने सुझाव ते विचार जरूर साडे तक पहुंचते करो फोन कॉल के जरिए या फिर ईमेल के जरिए। फिर मुलाकात होएगी, तद तक लिए देखते रहो चक दे जी।